गुड मॉर्निंग दोस्तों। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਕਿ ਇੱਕ ਸਫਲ ਇੰਟਰਵਿਊ ਦੀ ਤਿਆਰੀ ਕਿਵੇਂ ਕਰੀਏ, ਸਕਸੈਸਫੁਲ ਇੰਟਰਵਿਊ ਸਕਿੱਲਸ ਕੀ ਹੋਣੀਆਂ ਚਾਹੀਦੀਆਂ ਨੇ। ਮਾਈਸੈਲਫ ਇੰਜੀਨੀਅਰ ਗੁਰਬਖਸ਼ੀਸ਼ ਸਿੰਘ, ਲੈਕਚਰਰ ਐਟ ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ ਪਟਿਆਲਾ, ਤੇ ਮੈਂ ਜਿਹੜਾ ਹੈਗਾ ਥਾਪਰ ਦੇ ਵਿੱਚੋਂ ਆਪਣੀ ਮਾਸਟਰਸ ਕੀਤੀ ਸੀ ਤੇ ਬੀਟੈਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਸੀ। ਬਹੁਤ ਸਾਰੇ ਜੌਬ ਮੇਲਿਆਂ ਨੂੰ ਦੇਖਣ ਦਾ ਮੌਕਾ ਮਿਲਿਆ, ਬਹੁਤ ਸਾਰੀਆਂ ਇੰਟਰਵਿਊਜ਼ ਆਪ ਕੀਤੀਆਂ ਨੇ ਤੇ ਬਹੁਤ ਸਾਰੀਆਂ ਇੰਟਰਵਿਊ ਦਿੱਤੀਆਂ ਨੇ। ਉਦੋਂ ਜਿਹੜੀਆਂ ਸਕਿੱਲਸ ਦੇਖਣ ਦਾ ਯਤਨ ਕੀਤਾ ਉਹ ਤੁਹਾਡੇ ਨਾਲ ਮੈਂ ਅੱਜ ਆਪਣੀਆਂ ਸਾਂਝੀਆਂ ਕਰਾਂਗਾ। ਇੰਟਰਵਿਊ ਦੀ ਡੈਫੀਨੇਸ਼ਨ ਕੀ ਹੈ? ਸਭ ਤੋਂ ਪਹਿਲਾਂ ਆ ਜੌਬ ਇੰਟਰਵਿਊਜ਼ ਦਾ ਪ੍ਰੋਸੈਸ ਇਨ ਵਿਚ ਆ ਪੋਟੈਂਸ਼ੀਅਲ EMPLOYE ਇਜ਼ ਇਵੈਲੂਏਟਡ ਬਾਈ EMPLOYER। ਇੱਕ ਉਹ ਮਤਲਬ ਕਿ ਪ੍ਰੋਸੈਸ ਹੈ ਜਿਹਦੇ ਰਾਹੀਂ ਜਿਹੜਾ EMPLOYER ਹੈ, ਜਿਹੜਾ ਇੰਟਰਵਿਊ ਦੇਣ ਵਾਲਾ ਕੈਂਡੀਡੇਟ ਹੈ, ਉਹਨੂੰ ਜੱਜ ਕਰਦਾ ਕਿ ਉਹ ਉਹਦੀ ਕੰਪਨੀ ਦੇ ਲਈ, ਉਹਦੀ ਆਰਗੇਨਾਈਜੇਸ਼ਨ ਲਈ ਕਿੱਦਾਂ ਫਾਇਦੇਮੰਦ ਹੋ ਸਕਦਾ ਹੈ, ਕਿਹੜੀ ਪੋਸਟ ਦੇ ਉੱਤੇ ਉਹਨੂੰ ਮੈਂ ਲਾ ਸਕਦਾ। ਸੋ ਫਸਟ ਇੰਪ੍ਰੈਸ਼ਨ ਕਾਊਂਟਸ, ਡੂ ਯੂ ਮੇਕ ਦਾ ਬੈਸਟ ਇੰਪ੍ਰੈਸ਼ਨ ਯੂ ਕੈਨ। ਸੋ ਇੰਟਰਵਿਊ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਖਾਸ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਔਨ ਟਾਈਮ, ਤੁਸੀਂ ਟਾਈਮ ਦੇ ਉੱਤੇ ਆਪਣੇ ਇੰਟਰਵਿਊ ਲਈ ਪਹੁੰਚੋ। ਡਰੈਸਿੰਗ ਸੈਂਸ ਦਾ ਬਹੁਤ ਵੱਡਾ ਮਹੱਤਵ ਹੈ। ਕਈ ਵਾਰ ਅਸੀਂ ਸੋਚਦੇ ਹੀ ਨਹੀਂ ਕਿ ਕਿਹੜੀ ਡਰੈਸ ਪਾ ਕੇ ਜਾਣੀ ਹੈ। ਤੁਸੀਂ ਬਿਲਕੁਲ ਫਾਰਮਲ ਡਰੈਸ, ਗੁੱਡ ਲੁਕਿੰਗ ਹੋਣੇ ਚਾਹੀਦੇ ਹੋ। ਪ੍ਰੋਪਰ ਜਿਹੜੇ ਆ ਤੁਹਾਡੇ ਹੇਅਰ ਸਟਾਈਲ ਜਾਂ ਪੱਗ ਵਗੈਰਾ ਅੱਛੀ ਤਰ੍ਹਾਂ ਬੰਨੀ ਹੋਣੀ ਚਾਹੀਦੀ ਹੈ। ਫਿਜ਼ੀਕਲ ਕੰਟੈਕਟ, ਉਸ ਤੋਂ ਬਾਅਦ ਜਿਹੜਾ ਆਈ ਕੰਟੈਕਟ, ਅਸੀਂ ਜਦੋਂ EMPLOYER ਦੇ ਨਾਲ ਗੱਲ ਕਰ ਰਹੇ ਹਾਂ ਜਾਂ ਜਿਹੜੇ ਸਾਡੇ ਇੰਟਰਵਿਊ ਲੈ ਰਹੇ ਨੇ ਉਹਨਾਂ ਨਾਲ ਸਾਡਾ ਆਈ ਕੰਟੈਕਟ ਹੋਣਾ ਚਾਹੀਦਾ ਪ੍ਰੋਪਰ। ਚਿਹਰੇ 'ਤੇ ਸਮਾਈਲ ਹੋਣੀ ਚਾਹੀਦੀ ਹੈ, ਨਹੀਂ ਕਿ ਚਿਹਰਾ ਤੁਹਾਡਾ ਉਦਾਸ ਹੋਵੇ। ਫਿਰ ਗੈਟਿੰਗ ਹੋਣਾ ਚਾਹੀਦੇ ਹੋ। ਸਕਸੈਸਫੁਲ ਇੰਟਰਵਿਊਇੰਗ ਸਟ੍ਰੈਟਜੀਜ਼ ਦੇ ਵਿੱਚ ਕੀ ਹੋਣਾ ਚਾਹੀਦਾ? ਨੋਟ ਦਾ ਨੇਮ ਆਫ ਦਾ ਇੰਟਰਵਿਊਅਰ ਸੋ ਯੂ ਕੈਨ ਆਸਕ ਫॉर ਹਿਮ ਹਰ ਅਪੋਨ ਅਰਾਈਵਲ। ਕਿ ਵੱਡੇ ਕਿਸੇ ਕੰਪਨੀ ਦੇ ਵਿੱਚ ਪਹੁੰਚ ਜਾਂਦੇ ਹੋ, ਕੁਛ ਵੱਡੇ ਆਫਿਸਿਸ ਨੇ, ਉਹਨਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਟਰਵਿਊ ਲਈ ਕਾਲ ਕਿਹਨੇ ਕੀਤਾ। ਕੰਸੀਡਰ ਟਰੈਵਲਿੰਗ ਟੂ ਇੰਟਰਵਿਊ ਸਾਈਟ ਅਹੈਡ ਆਫ ਟਾਈਮ, ਟਾਈਮ ਤੋਂ ਪਹਿਲਾਂ ਜਾਓ। ਅਰਾਈਵ ਅਰਲੀ ਬਟ ਨਾਟ ਟੂ ਅਰਲੀ। Be courteous to everyone you encounter. So what to bring? ਆਪਣੇ ਨਾਲ ਪੇਪਰ ਤੁਹਾਡੇ ਕੋਲ ਹੋਣਾ ਚਾਹੀਦਾ ਤਾਂ ਕਿ ਕੋਈ ਨਾ ਕੋਈ ਡਾਇਰੀ, ਪੇਪਰ, ਪੈਨ, ਕੋਈ ਨਾ ਕੋਈ ਇਨਫੋਰਮੇਸ਼ਨ ਨੋਟ ਕਰੋ। ਬਲੈਕ ਪੈਨ ਹੋਣਾ ਚਾਹੀਦਾ। ਤੁਹਾਡਾ ID, ਰੈਫਰੈਂਸ ਲਿਸਟ ਐਂਡ ਵਰਕ ਹਿਸਟਰੀ, ਕਿੱਥੋਂ ਕੀ ਕੰਮ ਕੀਤਾ ਪਿਛਲਾ, ਤੁਹਾਡਾ ਸਾਰੀ ਡਿਟੇਲਿੰਗ, ਤੁਹਾਡਾ ਰਿਜ਼ਿਊਮੇ ਵਗੈਰਾ ਤੁਹਾਡੇ ਕੋਲ ਹੋਣਾ ਚਾਹੀਦਾ। ਸੈਵਰਲ ਕਲੀਨ ਕਾਪੀਜ਼ ਆਫ ਯੂਅਰ ਪਰਸਨਲਾਈਜ਼ਡ ਕਵਰ ਲੈਟਰ ਐਂਡ ਰਿਜ਼ਿਊਮੇ। ਤੁਹਾਡੀ ਕਵਰ ਲੈਟਰ ਅਤੇ ਰਿਜ਼ਿਊਮੇ ਉਹਨਾਂ ਦੀਆਂ ਕਾਪੀਜ਼, ਜ਼ਿਆਦਾ ਤੋਂ ਜ਼ਿਆਦਾ ਕਾਪੀਜ਼ ਹੋਣ, ਕਿਉਂਕਿ ਜੇ ਨੰਬਰ ਆਫ ਮੈਂਬਰਸ ਜ਼ਿਆਦਾ ਹੋਣ ਇੰਟਰਵਿਊ 'ਚ ਅਸੀਂ ਸਾਰਿਆਂ ਨੂੰ ਦੇ ਸਕੀਏ। ਪੋਰਟਫੋਲੀਓ ਵਿਦ ਐਵੀਡੈਂਸ ਆਫ ਅਕੰਪਲਿਸ਼ਮੈਂਟਸ, ਤੁਹਾਡੀਆਂ ਕੀ ਅਚੀਵਮੈਂਟਸ ਨੇ ਉਹਨਾਂ ਦੀ ਸਾਰੀ ਡਿਟੇਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਡਰੈਸ ਫॉर ਇੰਟਰਵਿਊ, ਆਪਾਂ ਡਰੈਸਿੰਗ ਸੈਂਸ ਦੀ ਗੱਲ ਕਰੀ ਸੀ। ਸਭ ਤੋਂ ਪਹਿਲਾਂ ਕਿ ਕਲੀਨ ਐਂਡ ਵੈਲ ਪ੍ਰੈਸਡ ਕਲੋਥਸ ਹੋਣੇ ਚਾਹੀਦੇ ਆ। ਬੀਅਰ ਫਾਰਮਲ ਡਰੈਸਿਸ। ਕੰਸੀਲ piercing ਐਂਡ ਟੈਟੂਜ਼, ਜੇ ਟੈਟੂ ਵਗੈਰਾ ਕੋਈ ਬਣੇ ਨੇ ਤਾਂ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਲੁਕਾ ਕੇ ਜਾਓ, ਕਿਉਂਕਿ ਉਹ ਸਭ ਤੋਂ ਵੱਡਾ ਬੈਡ ਇੰਪ੍ਰੈਸ਼ਨ ਪਾਉਂਦੇ ਨੇ। ਸਬਟਲ ਫ੍ਰੈਗਰੈਂਸਿਸ ਓਨਲੀ, ਜਿਹੜੀਆਂ ਨੇ ਕਲੀਨ ਨੇਲਸ ਹੋਣੇ ਚਾਹੀਦੇ ਨੇ, ਇੱਦਾਂ ਨਹੀਂ ਕਿ ਨੇਲਸ ਵਧੇ ਹੋਣ, ਗੰਦੇ ਹੋਣ। ਡੋਂਟ ਸਮੋਕ ਪ੍ਰੇਅਰ ਔਰ ਚਿਊ ਗਮਸ ਡਿਊਰਿੰਗ ਇੰਟਰਵਿਊ। ਅਤੇ ਟਰਨ ਆਫ ਯੂਅਰ ਸੈੱਲ ਫੋਨਸ, ਇਹ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸੈੱਲ ਫੋਨ ਉਹ ਵਿੱਚ ਤੁਹਾਡੇ ਇੰਟਰਵਿਊ ਲੈ ਰਹੇ ਨੇ, ਤੁਹਾਡੇ ਵਿੱਚ ਫੋਨ ਵੱਜ ਜੇ ਜਾਂ ਮੈਸੇਜ ਦੀ ਟੂ ਹੋਵੇ, ਬਹੁਤ ਜ਼ਿਆਦਾ ਬੈਡ ਇੰਪ੍ਰੈਸ਼ਨ ਪੈਂਦਾ ਇਹਨਾਂ ਚੀਜ਼ਾਂ ਦਾ। ਸੋ ਬਾਡੀ ਲੈਂਗੁਏਜ ਜਿਹੜੀ ਹੈ ਤੁਹਾਡੀ, ਗੁੱਡ ਆਈ ਕੰਟੈਕਟ, ਸਮਾਈਲ ਹੋਣੀ ਚਾਹੀਦੀ ਹੈ ਚਿਹਰੇ ਦੇ ਉੱਤੇ, ਓਪਨ ਬਾਡੀ ਲੈਂਗੁਏਜ। ਡੋਂਟ ਸਲੌਚ, ਡੋਂਟ ਬੀ ਟੂ ਰੈਕਟ, ਇੱਦਾਂ ਨਹੀਂ ਕਿ ਐਵੇਂ ਹਾਰਡ ਜੋ ਕੇ ਬੈਠੇ ਰਹੋ। ਮੇਕ ਸ਼ੋਰ ਯੂਅਰ ਆਈ ਸਪਾਰਕਲ, ਬੀ ਇੰਗੇਜਡ, ਬਰੀਥ ਡੀਪਲੀ। ਐਕਸੈਪਟ ਐਨ ਆਫਰ ਫॉर ਅ ਗਲਾਸ ਆਫ ਵਾਟਰ, ਜੇ ਤੁਹਾਨੂੰ ਪਾਣੀ ਵਗੈਰਾ ਦੇ ਆਫਰ ਕਰ ਦੇਣ ਤਾਂ ਲੈ ਲਓ। ਪ੍ਰੈਕਟਿਸ ਯੂਅਰ ਹੈਂਡਸ਼ੇਕ, ਹੱਥ ਮਿਲਾਉਣ ਦੀ ਜਿਹੜੀ ਆਦਤ ਆ ਉਹਨੂੰ ਜ਼ਰੂਰ ਪਾਓ, ਕਿਉਂਕਿ ਕਈ ਜਣੇ ਕੀ ਹੈ ਕਿ ਹੱਥ ਹੀ ਨਹੀਂ ਮਿਲਾਉਂਦੇ, ਡਰਦੇ ਰਹਿੰਦੇ ਨੇ, ਝਿਜਕਦੇ ਰਹਿੰਦੇ। ਕਮਿਊਨੀਕੇਸ਼ਨ ਜਿਹੜੀਆਂ ਨੇ, ਮੈਚਿੰਗ ਯੂਅਰ ਕਮਿਊਨੀਕੇਸ਼ਨ ਸਟਾਈਲ ਟੂ ਡੈਟ ਆਫ ਦਾ ਇੰਟਰਵਿਊਅਰ। ਜਿਹੜਾ ਇੰਟਰਵਿਊ ਲੈ ਰਿਹਾ ਉਹਦੇ ਨਾਲ ਤੁਹਾਡਾ ਕਮਿਊਨੀਕੇਸ਼ਨ ਸਟਾਈਲ ਮੈਚ ਕਰੇ, ਇੰਨੀ ਕੁ ਅਸੀਂ ਕੋਸ਼ਿਸ਼ ਕਰੀਏ। ਲਿਸਨ ਕੇਅਰਫੁਲੀ ਟੂ ਦਾ ਇੰਟਰਵਿਊਅਰਸ ਕੁਐਸਚਨਸ, ਉਹਦੇ ਕੁਐਸਚਨਸ ਨੂੰ ਬੜੇ ਧਿਆਨ ਨਾਲ ਸੁਣੋ। ਅਵੋਇਡ ਇੰਟਰਪਟਿੰਗ ਦਾ ਇੰਟਰਵਿਊਅਰ, ਉਹਨੂੰ ਵਿੱਚ ਕਿਤੇ ਇੰਟਰਪਟ ਨਾ ਕਰੋ। ਟਰਾਈ ਨਾਟ ਟੂ ਯੂਜ਼ jargon in your answers or questions। ਇਹ ਨਹੀਂ ਕਿ ਇੱਦਾਂ ਹੀ ਤੁੱਕੇ ਨਾ ਲਾਉਣ ਦੀ ਕੋਸ਼ਿਸ਼ ਕਰੋ, ਜੋ ਹੈ ਕਲੀਅਰ ਆਨਸਰਸ ਵਗੈਰਾ ਦੇਣ ਦੀ ਕੋਸ਼ਿਸ਼ ਕਰੋ। ਇੰਟਰਵਿਊ ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਤੁਹਾਡੇ ਕੋਲ ਕੀ ਹੋਣਾ ਚਾਹੀਦਾ? ਗੁੱਡ ਹੈਂਡਸ਼ੇਕ, ਪ੍ਰੋਨਾਊਂਸ ਦਾ ਇੰਟਰਵਿਊਅਰਸ ਨੇਮ ਪ੍ਰੋਪਰਲੀ, ਗੈਟ ਦਾ ਇੰਟਰਵਿਊਅਰ ਟੂ ਡੂ ਅ ਲੋਟ ਆਫ ਦਾ ਟਾਕਿੰਗ, ਮੇਨਟੇਨ ਗੁੱਡ ਆਈ ਕੰਟੈਕਟ ਵਿਦ ਯੂਅਰ ਇੰਟਰਵਿਊਅਰ, ਲੁੱਕ ਐਜ਼ ਇਫ ਯੂ ਆਰ ਇੰਜੋਇੰਗ ਦਾ ਕਨਵਰਸੇਸ਼ਨ। ਇੱਦਾਂ ਲੱਗੇ ਕਿ
ਤੁਸੀਂ ਬੜੇ ਈਜ਼ੀ ਮੂਡ 'ਚ ਬੈਠੇ ਉਹਨਾਂ ਨਾਲ ਗੱਲਬਾਤ ਨੂੰ ਇੰਜੋਏ ਕਰ ਰਹੇ ਹੋ, ਡਰੇ ਨਾ ਹੋ। ਹੈਵ ਅ ਕੌਨਫੀਡੈਂਟ ਪੋਸਚਰ, ਮਿਰਰ ਯੂਅਰ ਇੰਟਰਵਿਊਅਰਸ ਬਾਡੀ ਲੈਂਗੁਏਜ, ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ। ਕੀਪ ਆਲ ਯੂਅਰ ਆਨਸਰਸ ਪੋਜ਼ਿਟਿਵ, ਸ਼ੋ ਐਂਥੂਜ਼ਮ, listen carefully to the interviewer's question, ask the interviewer questions when the opportunity rises। ਜੇ ਤੁਹਾਨੂੰ ਮੌਕਾ ਮਿਲਦਾ ਫਿਰ ਅੰਪਲਾਇਰ ਤੋਂ ਵੀ ਤੁਸੀਂ ਕੁਛ ਨਾ ਕੁਛ ਕੁਐਸਚਨਸ ਪੁੱਛ ਸਕਦੇ ਹੋ ਜਿਹੜੇ ਰੈਲੇਵੈਂਟ ਹੋਣ। ਇਰਰੈਲੇਵੈਂਟ ਕੁਐਸਚਨ ਬਿਲਕੁਲ ਨਹੀਂ ਪੁੱਛਣਾ, ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ। ਪਾਰਟਿਸਿਪੇਟ ਇਨ ਯੂਰ ਇੰਟਰਵਿਊ, ਜਦੋਂ ਇੰਟਰਵਿਊ ਹੋ ਰਹੀ ਹੈ ਉਹਦੇ ਬਿਲਕੁਲ ਪਾਰਟਿਸਿਪੇਟ ਕਰੋ। ਬੀ ਓਨੈਸਟ ਐਂਡ ਗਿਵ ਕੰਪਲੀਟ ਆਨਸਰਸ, ਬੜੇ ਸਹੀ ਵਧੀਆ ਇਮਾਨਦਾਰੀ ਨਾਲ ਉੱਤਰ ਦੇਣੇ। ਬੀ ਪੋਜ਼ਿਟਿਵ ਅਬਾਊਟ ਯੂਰ ਸੈਲਫ and past experiences, avoid one or two word responses। मतलब इदा ही नहीं कि बस जी हाँ ना नहीं, आंसर चंगी तरह देना। गिव कंक्रीट एग्जांपल्स देनी तो बड़िया कंक्रीट, ਉਹਦੇ ਨਾਲ कोई ना कोई पूरा रेलिवेंट एग्जांपल्स होने चाहिए। पैराफ्रेज द क्वेश्चन to avoid misunderstanding, limit responses to 30 seconds, emphasize what you have to offer the company ਜੋ ਤੁਹਾਨੂੰ ਆਫਰ ਕਰ ਰਹੀ ਹੈ ਉਹਦੇ ਉੱਤੇ ਆਧਾਰਿਤ ਉਹਦੇ ਕੇਂਦਰਿਤ ਜਿਹੜੇ ਨੇ ਤੁਹਾਡੇ ਸਵਾਲ ਜਵਾਬ ਹੋਣੇ ਚਾਹੀਦੇ। ਪਾਰਟਿਸਿਪੇਟ ਇਨ ਯੂਰ ਇੰਟਰਵਿਊ, ਰਿਸਪੌਂਡ ਪੋਜ਼ਿਟਿਵਲੀ ਟੂ ਦ ਕੁਐਸਚਨਸ ਅਬਾਊਟ ਵੀਕਨੈਸਿਸ, ਜਿਹੜੀਆਂ ਤੁਹਾਡਾ ਕੋਈ ਵੀਕਨੈਸਿਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਕਰੋ ਕਿ ਉਹ ਸਟਰੈਂਥ ਬਣ ਜਾਣ। ਯੂਜ਼ ਪੋਜ਼ਿਟਿਵ ਨਾਨ ਵਰਬਲ ਕਮਿਊਨੀਕੇਸ਼ਨ, ਸਿਟ ਅਪ ਐਂਡ ਲੀਨ ਫਾਰਵਰਡ, ਮੇਕ ਆਈ ਕੰਟੈਕਟ ਐਂਡ ਸਮਾਈਲ, ਅਵੋਇਡ ਕ੍ਰੋਸਡ ਆਰਮਸ ਐਂਡ ਲੈਗਸ, use head nods and attentive facial expressions, ask questions and show interest in the company। ਕੋਈ ਕੰਪਨੀ ਦੇ ਰਿਲੇਟਡ ਕੋਈ ਸਵਾਲ ਵੀ ਪੁੱਛ ਲਓ ਤੇ ਉਹਦੇ ਵਿੱਚ ਇੰਟਰਸਟ ਸ਼ੋ ਕਰੋ ਆਪਣਾ। ਅਵੋਇਡ ਕੁਐਸਚਨਸ ਅਬਾਊਟ ਸੈਲਰੀ, ਬੈਨੀਫਿਟ, ਵਕੇਸ਼ਨ, ਪਹਿਲੇ ਦਿਨ ਇਹ ਸਵਾਲ ਨਹੀਂ ਪੁੱਛਣੇ। ਐਕਸਪ੍ਰੈਸ ਥੈਂਕਸ ਐਂਡ ਫਾਈਂਡ ਆਊਟ ਵੈਨ ਡਿਸੀਜ਼ਨ ਵਿਲ ਬੀ ਮੇਡ, ਐਂਡ ਦੇ ਵਿੱਚ ਥੈਂਕਸ ਕਹਿਣਾ ਨਾ ਭੁੱਲੋ, ਬੜੇ ਪਿਆਰ ਦੇ ਨਾਲ ਸਮਾਈਲ ਦੇ ਨਾਲ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੀ ਇੰਟਰਵਿਊ ਲਈ ਹੈ। ਕਰੈਕਟਰਿਸਟਿਕਸ ਆਫ ਅ ਸਕਸੈਸਫੁਲ ਇੰਟਰਵਿਊ, ਉਹਦੀਆਂ ਕੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਨੇ ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਨੰਬਰ 1 ਪ੍ਰੈਪਰੇਸ਼ਨ, ਕਿ ਪ੍ਰੈਪਰੇਸ਼ਨ ਕਿੱਦਾਂ ਕਰਨੀ ਹੈ। ਨੰਬਰ 2 ਪ੍ਰੈਜੈਂਟੇਸ਼ਨ। ਨੰਬਰ 3 ਦੈਟ ਇਜ਼ ਕੰਟੈਂਟ, ਕਿਹੜੇ ਕੰਟੈਂਟਸ ਹੋਣੇ ਚਾਹੀਦੇ ਨੇ। ਪ੍ਰਪੇਅਰ ਫॉर ਇੰਟਰਵਿਊ, ਰਿਸਰਚ ਦਾ ਕੰਪਨੀ। ਸਭ ਤੋਂ ਪਹਿਲਾਂ ਜਿਹੜੀ ਕੰਪਨੀ ਲਈ ਇੰਟਰਵਿਊ ਦੇਣ ਜਾ ਰਹੇ ਹੋ, ਜਿਹੜੇ ਇੰਸਟੀਚਿਊਟ ਲਈ ਇੰਟਰਵਿਊ ਦੇਣਾ ਚਾਹੁੰਦੇ ਹੋ, ਅਸੀਂ ਉਹਨੂੰ ਪੂਰੀ ਚੰਗੀ ਤਰ੍ਹਾਂ ਉਹਦੀ ਰਿਸਰਚ ਕਰੀਏ। Update your paperwork, ਤੁਹਾਡਾ most recent employment and education, bring several copies of resume, ਤੁਹਾਡਾ ਜਿੰਨਾ ਡਾਟਾ ਤੁਸੀਂ ਆਪਣੇ ਰਿਲੇਟਡ ਇਕੱਠਾ ਕਰ ਸਕਦੇ ਹੋ ਉਹਨੂੰ ਕਰੋ, ਆਪਣੇ ਸਰਟੀਫਿਕੇਟ, ਹਰ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਐਂਟੀਸਪੇਟ ਐਂਡ ਪਾਰਟਿਸਿਪੇਟ ਇੰਟਰਵਿਊ ਕੁਐਸਚਨਸ, ਜਿਹੜੇ ਇੰਟਰਵਿਊ ਦੇ ਕੁਐਸਚਨਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੇ ਵਿੱਚ ਇਨਵੋਲਵ ਹੋ ਕੇ ਉੱਤਰ ਦਿਓ। ਆਰ ਰਿਸਰਚਿੰਗ ਦਾ ਕੰਪਨੀ, ਉਹਦੇ ਵਿੱਚ ਕੀ ਕਰਨਾ ਸੀ, ਰਿਸਰਚ ਦਾ ਕੰਪਨੀ ਐਂਡ ਸਪੀਕ ਅਬਾਊਟ ਵਟ ਯੂ ਨੋ ਅਬਾਊਟ ਦ ਕੰਪਨੀ ਡਿਊਰਿੰਗ ਦ ਇੰਟਰਵਿਊ। ਤੁਸੀਂ ਕੰਪਨੀ ਦੇ ਬਾਰੇ ਕੀ ਜਾਣਦੇ ਹੋ ਉਹ ਤੁਸੀਂ ਇੰਟਰਵਿਊ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੋ। ਯੂਜ਼ ਦ ਇੰਟਰਨੈਟ, ਕੈਟਾਲੌਗਸ ਐਂਡ ਅਦਰ ਸੋਰਸਿਸ ਆਫ ਇਨਫੋਰਮੇਸ਼ਨ ਟੂ ਫਾਈਂਡ ਆਊਟ ਐਜ਼ ਸੱਚ ਐਜ਼ ਪੋਸੀਬਲ। ਅੱਜ ਕੱਲ੍ਹ ਦਾ ਇੰਟਰਨੈਟ ਦਾ ਜ਼ਮਾਨਾ, ਜਿੱਥੋਂ ਮਰਜ਼ੀ ਡਾਟਾ ਇਕੱਠਾ ਕੀਤਾ ਜਾ ਸਕਦਾ। ਸਪੀਕ ਟੂ ਪੀਪਲ that works in the company, ਜਿਹੜੇ ਉਸ ਕੰਪਨੀ 'ਚ ਪਹਿਲਾਂ ਕੰਮ ਕਰ ਰਹੇ ਨੇ ਉਹਨਾਂ ਦਾ ਕਲਚਰ ਕੀ ਆ, ਵਰਕਿੰਗ ਇਨਵਾਇਰਮੈਂਟ ਕੀ ਆ, ਉਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਰਿਸਰਚ ਦਾ ਕੰਪਨੀ ਯੂਜ਼ਿੰਗ ਪਬਲਿਸ਼ਡ ਮਟੀਰੀਅਲ ਐਂਡ ਕੰਟੈਕਟਸ ਸੋ ਦੈਟ ਯੂ ਆਰ ਏਬਲ ਟੂ ਆਸਕ ਇੰਟੈਲੀਜੈਂਟ ਕੁਐਸਚਨਸ, ਤਾਂ ਕਿ ਤੁਹਾਨੂੰ ਕੰਪਨੀ ਦੇ ਬਾਰੇ ਕੋਈ ਕੁਐਸਚਨ ਪੁੱਛਿਆ ਜਾਵੇ ਕਿ ਸਾਡਾ ਤੁਸੀਂ ਉਹ ਦੱਸ ਸਕੋ ਕਿ ਕੰਪਨੀ ਕਿਸ ਫੀਲਡ 'ਚ ਕੰਮ ਕਰ ਰਹੀ ਹੈ, ਕਿਉਂ ਕਰ ਰਹੀ ਹੈ, ਕੀ ਉਹਦੀ ਟਰਨ ਆਊਟ ਆ, ਹਰ ਚੀਜ਼ ਥੋੜ੍ਹੀ ਤੁਸੀਂ ਉਹਦਾ ਡਾਟਾ ਇਕੱਠਾ ਕਰਕੇ ਜਾਓ। ਰਿਫਲੈਕਟ ਦ ਇਮੇਜ ਆਫ ਸਮਵਨ ਵਰਕਿੰਗ ਵਿਦ ਦ ਕੰਪਨੀ, ਜੇ ਕੋਈ ਕੰਪਨੀ ਦੇ ਵਿੱਚ ਪਹਿਲਾਂ ਤੋਂ ਕੰਮ ਕਰ ਰਿਹਾ ਉਸ ਦੇ ਤੋਂ ਕੁਛ ਨਾ ਕੁਛ ਹਾਸਲ ਕਰਕੇ ਉਸ ਨੂੰ ਰਿਫਲੈਕਟ ਕਰਨ ਦਾ ਯਤਨ ਕਰੋ। ਪ੍ਰਪੇਅਰਿੰਗ ਫॉर ਇੰਟਰਵਿਊ, ਸ਼ੇਅਰ ਐਗਜ਼ਾਮਪਲਸ ਆਫ ਅਚੀਵਮੈਂਟਸ, ਜਿਹੜੀਆਂ ਤੁਹਾਡੀਆਂ ਅਚੀਵਮੈਂਟਸ ਨੇ ਉਹਨਾਂ ਨੂੰ ਐਗਜ਼ਾਮਪਲਸ ਨੂੰ ਸ਼ੋ ਕਰੋ, ਉਹਨਾਂ ਨੂੰ ਦੱਸੋ। ਡਿਸਕ੍ਰਾਈਬ ਦ ਸਿਚੁਏਸ਼ਨ, ਦ ਟਾਸਕ, ਦ ਐਕਸ਼ਨ ਯੂ ਟੁੱਕ ਐਂਡ ਦ ਰਿਜ਼ਲਟ ਆਫ ਯੂਰ ਐਕਸ਼ਨ। ਕਿ ਕਿਤੇ ਪਹਿਲਾਂ ਤੁਸੀਂ ਕੰਮ ਕੀਤਾ, ਕਿਹੜੀ ਪੋਸਟ 'ਤੇ ਕੰਮ ਕੀਤਾ, ਕਿਹੜੀਆਂ ਟਾਸਕ ਸੀ, ਕਿੱਦਾਂ ਉਹਨਾਂ 'ਤੇ ਐਕਸ਼ਨ ਕੀਤਾ, ਉਹ ਕੀ ਉਹਦਾ ਰਿਜ਼ਲਟ ਆਏ, ਉਹਨਾਂ ਬਾਰੇ ਡਿਟੇਲ ਤੁਸੀਂ ਜ਼ਰੂਰ ਬਰੀਫ ਦੇ ਵਿੱਚ ਦੱਸੋ। ਅਸੈਂਬਲ ਰੈਲੇਵੈਂਟ ਇਨਫੋਰਮਡ ਜਿਹੜੀ ਆ ਬਿਫੋਰ ਹੈਂਡ, ਜਿਹੜੀ ਵੀ ਇਨਫੋਰਮੇਸ਼ਨ ਆ ਉਹ ਬਿਫੋਰ ਹੈਂਡ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਰੀਡ ਆਊਟ ਯੂਰ ਰਿਜ਼ਿਊਮੇ ਐਂਡ ਦਾ ਜੋਬ ਐਡ ਐਜ਼ ਰਿਫਰੈਸ਼ਰ, ਜਿਹੜੀ ਐਡ ਆਈ ਹੋਈ ਹੈ ਜੋਬ ਦੀ ਉਹਦੇ ਅਕੋਰਡਿੰਗਲੀ ਤੁਹਾਡਾ ਰਿਜ਼ਿਊਮੇ ਕਿੰਨਾ ਕੁ ਫਿੱਟ ਬਹਿੰਦਾ, ਉਹਦੀ ਡਿਟੇਲ ਚੈੱਕ ਕਰੋ ਅਤੇ ਉਹਦੇ ਰੈਲੇਵੈਂਟ ਉੱਥੇ ਕੁਐਸਚਨ ਪੁੱਛਿਆ ਜਾ ਸਕਦਾ। ਚੈੱਕ ਯੂਰ ਸੈਲਫ ਇਨ ਫੁੱਲ ਲੈਂਥ ਮਿਰਰ ਬਿਫੋਰ ਦ ਇੰਟਰਵਿਊ, ਉਹ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਅਕੈਡਮਿਕਲੀ, ਫਿਜ਼ੀਕਲੀ, ਡਰੈਸਿੰਗ ਸੈਂਸ, ਹਰ ਚੀਜ਼ ਨੂੰ ਚੰਗੀ ਤਰ੍ਹਾਂ ਚੈੱਕ ਕਰੋ। ਬੀ ਪ੍ਰੀਪੇਅਰਡ ਟੂ ਸੈਲ ਯੂਰ ਸੈਲਫ। ਮੈਨੂੰ ਲੱਗਦਾ ਕਈਆਂ ਨੂੰ ਇਸ ਗੱਲ ਦਾ ਵਿੱਚ ਉਹ ਲੱਗੂਗਾ, ਪਰ ਮਾਰਕੀਟ ਹੈ, ਮਾਰਕੀਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜਾ ਵਧੀਆ, ਜਿਸ ਦੀ ਜਿੰਨੀ ਵੈਲਿਊ ਹੋਊਗੀ ਓਨਾ ਹੀ ਉਹਦਾ ਮੁੱਲ ਪੈਣਾ।
ਸੋ ਆਪਣੇ ਆਪ ਨੂੰ ਵੇਚਣ ਦੇ ਲਈ ਤਿਆਰ ਰਹੋ। ਵੇਚਣ ਦੇ ਲਈ ਤੁਹਾਨੂੰ ਮਾਰਕੀਟਿੰਗ ਦੇ ਲਈ, ਮਾਰਕੀਟਿੰਗ ਟੂਲ ਦੇ ਲਈ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਤੁਹਾਡੀਆਂ ਕੁਆਲਿਟੀਜ਼ ਕੀ ਨੇ। ਜਦੋਂ ਆਪਣੀਆਂ ਕੁਆਲਿਟੀਜ਼ ਨੂੰ ਜ਼ਿਆਦਾ ਦੱਸੋਗੇ ਉਨਾ ਹੀ ਤੁਹਾਨੂੰ ਅੱਗੋਂ ਜਿਹੜਾ ਅੰਪਲਾਇਰ ਹੈ ਉਹ ਪੇਮੈਂਟ ਦੇਣ ਲਈ ਤਿਆਰ ਰਹੇਗਾ। ਪ੍ਰੈਪਰੇਸ਼ਨ, ਸਭ ਤੋਂ ਪਹਿਲਾਂ ਵਿਜ਼ੂਅਲਾਈਜ਼ ਯੂਅਰਸੈਲਫ ਇਨ ਦ ਇੰਟਰਵਿਊ। know this, there is no question you cannot answer। ਇੱਦਾਂ ਦਾ ਕੋਈ ਕੁਐਸਚਨ ਨਹੀਂ ਜਿਹਦਾ ਤੁਸੀਂ ਉੱਤਰ ਨਾ ਦੇ ਸਕੋ। you are well suited to the position। ਸੋਚ ਕੇ ਚੱਲੋ ਕਿ ਇਸ ਪੋਜੀਸ਼ਨ ਲਈ ਸਿਰਫ ਮੈਂ ਹੀ ਜਿਹੜਾ ਗਾ ਕੈਂਡੀਡੇਟ ਹਾਂ। you will be an asset to the department। ਤੁਸੀਂ ਡਿਪਾਰਟਮੈਂਟ ਲਈ ਇੱਕ ਐਸੈਟ ਦੇ ਤੌਰ ਤੇ ਕੰਮ ਕਰਨਾ। bring extra copies of resume, paper pen, list of potential questions, breath mints। ਕਈ ਵਾਰ ਇਹ ਨਹੀਂ ਕਿ ਮੂੰਹ ਚੋਂ ਸਮੈਲ ਆਉਂਦੀ ਰਹੇ, ਰਾਤ ਦਾ ਨਾਤੇ ਨਹੀਂ, ਇਹ ਉਹ ਸਾਰਾ ਕੁਛ ਇਹਨਾਂ ਚੀਜ਼ਾਂ ਨੂੰ ਵੀ ਚੈੱਕ ਕਰਦੇ ਨੇ ਜਿਹੜਾ ਅੰਪਲਾਇਰ। ਰਿਹਰਸਿੰਗ ਫॉर योर ਇੰਟਰਵਿਊ, ਬਿਫੋਰ ਤੁਸੀਂ ਇੰਟਰਵਿਊ 'ਚ ਅਪੀਅਰ ਹੋਣ ਤੋਂ ਪਹਿਲਾਂ ਰਿਹਰਸਲ ਕਰੋ। ਰਿਹਰਸ ਯੋਰ ਆਨਸਰ ਆਊਟ ਲਾਊਡ ਬਿਫੋਰ ਦ ਇੰਟਰਵਿਊ ਟੂ ਟੈਸਟ ਹਾਊ ਵੈਲ ਪ੍ਰੀਪੇਅਰਡ ਯੂ ਆਰ। ਆਪਣੀ ਕਿਸੇ ਸਾਥੀ ਦੇ ਨਾਲ, ਕਿਸੇ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਲਾਊਡਲੀ ਉੱਤਰ ਦੇ ਕੇ ਕੋਸ਼ਿਸ਼ ਕਰੋ ਰੈਲੇਵੈਂਟ ਕੁਐਸਚਨ ਕਿੱਦਾਂ ਦੇ ਪੁੱਛੇ ਜਾਣੇ ਉਹਨਾਂ ਦੀ ਤਿਆਰੀ ਕਰਕੇ ਜਾਓ। ਆਇਡੈਂਟੀਫਾਈ ਐਨੀ ਗੈਪਸ ਇਨ ਯੂਅਰ ਡਿਲੀਵਰੀ ਐਂਡ ਆਨਸਰਿੰਗ ਟੈਕਨੀਕ। ਜਿਹੜੀਆਂ ਕਮੀਆਂ ਨੇ ਆਨਸਰ ਦੇਣ 'ਚ ਦੂਜਾ ਉਹਨਾਂ ਨੂੰ ਆਇਡੈਂਟੀਫਾਈ ਕਰੋ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਰਿਹਰਸ ਵਿਦ ਦ ਰੀਅਲ ਪਰਸਨ। Your rehearsal partner can provide you with the feedback and constructive criticism। ਜਿਹੜਾ ਤੁਹਾਡਾ ਦੋਸਤ ਜਿਹਦੇ ਨਾਲ ਤੁਸੀਂ ਜਾਂ ਪਰਿਵਾਰਿਕ ਮੈਂਬਰ ਜਿਹਦੇ ਨਾਲ ਰਿਹਰਸ ਕਰ ਰਹੇ ਹੋ ਉਹ ਤੁਹਾਨੂੰ ਕੰਕਰੀਟ ਕ੍ਰਿਟਿਸਿਜ਼ਮ, ਮਤਲਬ ਕਿ ਜੇ ਤੁਹਾਡੇ 'ਚ ਕੋਈ ਕਮੀਆਂ ਨੇ ਉਹਨਾਂ ਨੂੰ ਤੁਹਾਨੂੰ ਦੱਸਦਾ ਰਹੇ ਅਤੇ ਉਹਨਾਂ ਨੂੰ ਇੰਪਰੂਵ ਕਰਨ 'ਚ ਤੁਹਾਡੇ ਲਈ ਸਹਾਈ ਹੋਵੇ। ਰਿਹਰਸਿੰਗ ਵਿਦ ਹੈਲਪ ਯੂ ਬਿਲਡ ਯੂਅਰ ਕੌਨਫੀਡੈਂਸ ਐਂਡ ਡਿਲੀਵਰੀ ਟੈਕਨੀਕਸ। ਇਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਆ ਕੌਨਫੀਡੈਂਸ ਵਧੂਗਾ ਅਤੇ ਡਿਲੀਵਰੀ ਟੈਕਨੀਕਸ ਜਿਹੜੀਆਂ ਨੇ ਉਹ ਇਨਕਰੀਜ਼ ਹੋਣਗੀਆਂ। ਰਿਹਰਸ ਮਲਟੀਪਲ ਟਾਈਮਸ ਅੰਟਿਲ ਯੂ ਫੀਲ ਯੂਅਰ ਆਨਸਰਸ ਆਰ ਫਲੋਇੰਗ। ਉਹਨਾਂ ਚਿਰ ਕਰਦੇ ਰਹੋ ਰਿਹਰਸਲ, ਉਹਨਾਂ ਚਿਰ ਕਰਦੇ ਰਹੋ ਜਿੰਨਾ ਚਿਰ ਮਹਿਸੂਸ ਨਾ ਕਰੋ ਕਿ ਹੁਣ ਜਿਹੜਾ ਮੈਂ ਕਿਸੇ ਤੋਂ ਮਾਰ ਨਹੀਂ ਖਾਵਾਂਗਾ, ਮੇਰੇ ਆਨਸਰ ਨੇ ਜਿਹੜੇ ਬਿਲਕੁਲ ਸਹੀ ਹੋਣਗੇ। ਇੰਟਰਵਿਊ ਪ੍ਰੈਜੈਂਟੇਸ਼ਨ, ਬੀ ਪ੍ਰੀਪੇਅਰਡ ਐਂਡ ਰਿਸਪੌਂਸਿਵ ਫॉर ਦ ਕੁਐਸਚਨਸ। ਟੇਕ ਟਾਈਮ ਟੂ ਆਰਗੇਨਾਈਜ਼ ਯੂਅਰ ਥਾਟਸ। टाइम ले लो, ये नहीं कि को लाख थौच पौच आंसर देने का यत्न ना करो। मेक इफेक्टिव आई कंटैक्ट एंड स्माइल। एक्सप्रैस कॉन्फिडेंस इन योर एबिलिटीज। अपने कॉन्फिडेंस डर के नहीं बहना। कंसीडर ईच इंटरव्यू एन एडवेंचर। हर एक इंटरव्यू नूं एक एडवेंचर की तरह लो, डरो ना। बी अटेंटिव टू बॉडी लैंग्वेज। इंटरव्यू कंटेंट, लिसन केयरफुली टू द क्वेश्चन, अंडरस्टैंड बिहेवियरल बेस्ड इंटरव्यूइंग, रिहर्स योर आंसर्स, सेल योरसेल्फ। ਸਾਇਲੈਂਸ ਇਜ਼ ਗੋਲਡਨ ਵੈਨ ਟੂ ਸਟਾਪ ਆਨਸਰਿੰਗ। ਜਦੋਂ ਤੁਹਾਡੇ ਕੋਲ ਕੋਈ ਉੱਤਰ ਨਾ ਹੋਵੇ ਤਾਂ ਉਦੋਂ ਜਿਹੜਾ ਸ਼ਾਂਤ ਬੈਠਣਾ ਸਭ ਤੋਂ ਵਧੀਆ ਇੱਕ ਤਰੀਕਾ ਹੈ। ਟਾਈ ਯੂਅਰ ਬੈਕਗਰਾਊਂਡ ਟੂ ਦਾ ਪੋਜੀਸ਼ਨ। ਤੁਹਾਡੀ ਜਿਹੜੀ ਬੈਕਗਰਾਊਂਡ ਆ ਉਹਨੂੰ ਜਿਹੜੀ ਪੋਜੀਸ਼ਨ 'ਤੇ ਤੁਸੀਂ ਕੰਮ ਕਰਨਾ ਉਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਟਾਈ ਕਰੋ। ਫੋਕਸ ਔਨ ਯੂਅਰ ਅਕੰਪਲਿਸ਼ਮੈਂਟਸ। ਆਪਣੀਆਂ ਜਿਹੜੀਆਂ ਅਚੀਵਮੈਂਟਸ ਨੇ, ਅਕੰਪਲਿਸ਼ਮੈਂਟਸ ਨੇ, ਉਹਨਾਂ ਦੇ ਉੱਤੇ ਫੋਕਸ ਕਰੋ। ਟਰਨ ਵੀਕਨੈਸ ਇਨਟੂ ਸਟਰੈਂਥ। ਜੇ ਤੁਹਾਡੀ ਕੋਈ ਵੀ ਵੀਕਨੈਸ ਆ ਉਹਨੂੰ ਸਟਰੈਂਥ ਦੇ ਵਿੱਚ ਚੇਂਜ ਕਰਨ ਦਾ ਜਿਹੜਾ ਤੁਹਾਡੇ 'ਚ ਰਵੱਈਆ ਹੋਣਾ ਚਾਹੀਦਾ। कॉमन इंटरव्यू क्वेश्चनस किहड़े हो सकते हैं? सब तो पहला टैल मी अबाउट योर सैल्फ। अपने बारे ਉਹਦੇ 'ਚ ਇਹ ਨਹੀਂ ਕਿ ਆਪਣਾ ਨਾਂ ਦੱਸਦਾ, ਦੂਜਾ ਤੀਜਾ ਤੁਹਾਡੀਆਂ ਕੀ ਸਕਿੱਲਸ ਨੇ, ਤੁਹਾਡਾ ਸਭ ਕੁਛ ਉਹਦੇ 'ਚ ਡਿਟੇਲ, ਤੁਹਾਡੀ ਐਜੂਕੇਸ਼ਨਲ ਬੈਕਗਰਾਊਂਡ ਕੀ ਆ। ਵਾਈ ਡਿਡ ਯੂ ਲੀਵ ਯੂਅਰ ਲਾਸਟ ਜੌਬ। ਕਈ ਵਾਰ ਇਹ ਵੀ ਪੁੱਛਿਆ ਜਾਂਦਾ ਕਿ ਪਿਛਲੀ ਨੌਕਰੀ ਕਿਉਂ ਛੱਡੀ। ਵਾਟ ਐਕਸਪੀਰੀਅੰਸ ਡੂ ਯੂ ਹੈਵ ਇਨ ਦਿਸ ਫੀਲਡ। ਕਈ ਵਾਰ ਇਹ ਵੀ ਹੁੰਦਾ ਕਿ ਸਾਲ 2 ਸਾਲ ਵਿਹਲੇ ਕਿਉਂ, ਅਤੇ ਐਕਸਪੀਰੀਅੰਸ ਤੁਸੀਂ ਕਿੱਥੋਂ ਕੀ ਲਿਆ। ਡੂ ਯੂ ਕੰਸੀਡਰ ਯੂਅਰ ਸੈਲਫ ਸਕਸੈਸਫੁਲ। ਆਪਣੇ ਆਪ ਨੂੰ ਸਕਸੈਸਫੁਲ ਮੰਨਦੇ ਹੋ। ਵਟ ਡੂ ਕੋਵਰਕਰ ਸੇ ਅਬਾਊਟ ਯੂ। ਤੁਹਾਡੇ ਨਾਲ ਦੇ ਦੋਸਤਾਂ ਦਾ ਤੁਹਾਡੇ ਬਾਰੇ ਕੀ ਰਵੱਈਆ ਸੀ, ਉਹ ਤੁਹਾਡੇ ਬਾਰੇ ਕੀ ਕਹਿੰਦੇ ਸੀ। ਵਟ ਡੂ ਯੂ ਨੋ ਅਬਾਊਟ ਦਿਸ ਆਰਗੇਨਾਈਜੇਸ਼ਨ। ਇਸ ਆਰਗੇਨਾਈਜੇਸ਼ਨ ਬਾਰੇ ਤੁਹਾਨੂੰ ਕੀ ਜਾਣਦੇ ਹੋ। ਵਟ ਯੂ ਹੈਵ ਡਨ ਟੂ ਇੰਪਰੂਵ ਯੂਅਰ ਨੌਲੇਜ ਇਨ ਦ ਲਾਸਟ ਈਅਰ। ਤੁਸੀਂ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਆਪਣੀ ਨੌਲੇਜ ਨੂੰ ਇੰਪਰੂਵ ਕਰਨ ਲਈ ਕੀ ਕੀਤਾ। ਕਿਉਂਕਿ ਮਲਟੀਨੈਸ਼ਨਲ ਕੰਪਨੀਜ਼ ਨੇ ਉਹ ਚਾਹੁੰਦੀਆਂ ਨੇ ਕਿ ਤੁਸੀਂ ਡੇਲੀ ਆਪਣੇ ਆਪ ਨੂੰ ਅਪਡੇਟ ਕਰਦੇ ਰਹੋ। ਇੱਦਾਂ ਨਹੀਂ ਹੈਗਾ ਕਿਉਂਕਿ ਡੇਲੀ ਚੇਂਜ ਹੋ ਰਿਹਾ। ਜੇ ਅਸੀਂ ਕੰਪਿਊਟਰਸ ਦੇ ਬਾਰੇ ਗੱਲ ਕਰੀਏ, ਸੌਫਟਵੇਅਰ ਇੰਡਸਟਰੀ ਦੇ ਬਾਰੇ ਗੱਲ ਕਰੀਏ, ਆਟੋਮੋਬਾਈਲ ਇੰਡਸਟਰੀ ਦੇ ਬਾਰੇ ਗੱਲ ਕਰੀਏ, ਹਰ ਰੋਜ਼ ਨਵੀਂ ਤੋਂ ਨਵੀਂ ਚੇਂਜ ਆ ਰਹੀ ਹੈ। ਆਰ ਯੂ ਅਪਲਾਈਂਗ ਫॉर ਅਦਰ ਜੌਬਸ। ਕਿ ਤੁਸੀਂ ਹੋਰ ਕਿਤੇ ਵੀ ਅਪਲਾਈ ਕੀਤਾ। ਵਾਈ ਡੂ ਯੂ ਵਾਂਟ ਟੂ ਵਰਕ ਫॉर ਦਿਸ ਆਰਗੇਨਾਈਜੇਸ਼ਨ। ਇਸ ਹੀ ਕੰਪਨੀ ਦੇ ਵਿੱਚ ਕੰਮ ਕਿਉਂ ਕਰਨਾ ਚਾਹੁੰਦੇ ਹੋ। ਇੱਦਾਂ ਦੇ ਕੁਐਸਚਨ ਜਿਹੜੇ ਨੇ ਉਹਨਾਂ ਦੇ ਤੁਹਾਨੂੰ ਆਨਸਰ ਪਹਿਲਾਂ ਹੀ ਲੱਭ ਕੇ ਜਾਣੇ ਚਾਹੀਦੇ। Behavior based interviewing, prepare your stars, situations or task, action taken, result of your action। ਜੇ ਤੁਸੀਂ ਪਹਿਲਾਂ ਕਿਤੇ ਕੰਮ ਕੀਤਾ ਹੋਇਆ, ਬਿਹੇਵੀਅਰ ਬੇਸਡ ਕੁਐਸਚਨਸ ਉੱਤੇ ਪੁੱਛੇ ਜਾ ਸਕਦੇ ਨੇ। ਤੁਹਾਡੀਆਂ ਕਿਹੜੀਆਂ ਸਿਚੁਏਸ਼ਨਸ ਕੰਮ ਕੀਤਾ, ਕੀ ਟਾਸਕ ਤੁਹਾਨੂੰ ਦਿੱਤੇ ਗਏ, ਤੁਹਾਡਾ ਕੀ ਐਕਸ਼ਨ ਸੀ, ਤੁਹਾਡੇ ਰਿਜ਼ਲਟ ਕੀ ਸੀਗੇ ਤੁਹਾਡੇ ਐਕਸ਼ਨਸ ਦੇ। ਸੋ ਉਹਦਾ ਸਟਾਰ ਤੋਂ ਇੱਕ ਸ਼ਬਦ ਤੋਂ ਅਸੀਂ ਇਹਨਾਂ ਚਾਰੋਂ ਚੀਜ਼ਾਂ ਨੂੰ ਕੀਤਾ। ਇਹਦੇ ਬੇਸ ਤੁਸੀਂ ਕੁਐਸਚਨਸ ਆਪਣੇ ਤਿਆਰ ਕਰਕੇ ਜਾਣੇ ਨੇ। ਬਿਹੇਵੀਅਰ ਇੰਟਰਵਿਊਇੰਗ ਕੁਐਸਚਨਸ ਜਿਹੜੇ ਕਿਹੜੇ ਹੋ ਸਕਦੇ ਨੇ।
ਟੈਲ ਮੀ ਅਬਾਊਟ ਦਾ ਪ੍ਰੋਜੈਕਟ ਯੂ ਵਰਕ, ਕਿਹੜੇ ਪ੍ਰੋਜੈਕਟ ਤੇ ਕੰਮ ਕੀਤਾ, ਕਿਹੜੀਆਂ ਰਿਕੁਆਇਰਮੈਂਟਸ ਸੀਗੀਆਂ, ਜੇ ਪ੍ਰੋਜੈਕਟ ਕਿਤੇ ਮਿਡ ਸਟ੍ਰੀਮ ਦੇ ਵਿੱਚ ਸਾਨੂੰ ਚੇਂਜ ਕਰਨਾ ਪੈ ਗਿਆ ਜਾਂ ਉਹਦੀਆਂ ਕੀ ਰਿਕੁਆਇਰਮੈਂਟ ਚੇਂਜ ਹੋਈਆਂ, ਵਾਟ ਡਿਡ ਯੂ, ਤੁਸੀਂ ਕੀ ਕੀਤਾ। ਟੈਲ ਮੀ ਅਬਾਊਟ ਦਾ ਟਾਈਮ ਵੈਨ ਯੂ ਟੁੱਕ ਦਾ ਲੀਡ ਔਨ ਦਾ ਪ੍ਰੋਜੈਕਟ, ਤੁਸੀਂ ਜਦੋਂ ਐਜ਼ ਏ ਲੀਡਰ ਅੱਗੇ ਹੋ ਕੇ ਕੰਮ ਕੀਤਾ, ਵਾਟ ਡਿਡ ਯੂ ਡੂ। ਡਿਸਕ੍ਰਾਈਬ ਦਾ ਵਰਸਟ ਪ੍ਰੋਜੈਕਟ ਯੂ ਵਰਕਡ, ਕਿਹੜਾ ਇੱਦਾਂ ਦਾ ਪ੍ਰੋਜੈਕਟ ਸੀ ਜਿਹਦੇ ਵਿੱਚ ਤੁਸੀਂ ਕੰਮ ਨਹੀਂ ਕਰਨਾ ਪਸੰਦ ਕਰ ਸਕਦੇ। ਡਿਸਕ੍ਰਾਈਬ ਦਾ ਟਾਈਮ ਯੂ ਹੈਡ ਟੂ ਵਰਕ ਵਿਦ ਸਮਵਨ ਯੂ ਡਿਡਨਟ ਲਾਈਕ, ਜਿਹਦੇ ਨਾਲ ਤੁਸੀਂ ਪਸੰਦ ਹੀ ਨਹੀਂ ਕਰਦੇ ਸੀ, ਉਹਦੇ ਨਾਲ ਵੀ ਤੁਹਾਨੂੰ ਕੰਮ ਕਰਨਾ ਪਿਆ, ਪਰ ਤੁਸੀਂ ਕਿਸ ਤਰੀਕੇ ਗਏ। ਟੈਲ ਮੀ ਅਬਾਊਟ ਦਾ ਟਾਈਮ ਵੈਨ ਯੂ ਹੈਡ ਅ ਸਟਿਕ ਬਾਈ ਅ ਡਿਸੀਜਨ ਯੂ ਹੈਡ ਮੇਡ, ਉਹ ਟਾਈਮ ਦੱਸੋ ਕਿ ਜਦੋਂ ਤੁਸੀਂ ਆਪਣੇ ਡਿਸੀਜਨ ਤੇ ਕਾਇਮ ਰਹੇ, ਈਵਨ though it made you very unpopular, ਚਾਹੇ ਉਹਨੇ ਤੁਹਾਨੂੰ ਅਨਪਾਪੂਲਰ ਕੀਤਾ। ਗਿਵ ਅਸ ਐਨ ਐਗਜ਼ਾਮਪਲ ਆਫ ਸਮਥਿੰਗ ਪਾਰਟੀਕੂਲਰਲੀ ਇਨੋਵੇਟਿਵ, ਜੇ ਤੁਸੀਂ ਕੁਛ ਇਨੋਵੇਟਿਵ ਕੀਤਾ ਉਹਦੀ ਐਗਜ਼ਾਮਪਲ ਦਿਓ, ਕਿਹੜੀ ਵਰਕ ਪਲੇਸ ਤੇ ਕੀਤਾ, ਕੀ ਕੀਤਾ ਤੁਸੀਂ। ਸੋ ਵਟ ਹੈਪਨਡ ਦਾ ਲਾਸਟ ਟਾਈਮ ਯੂ ਵਰ ਲੇਟ ਵਿਦ ਦਾ ਪ੍ਰੋਜੈਕਟ, ਜਦੋਂ ਤੁਹਾਡਾ ਪ੍ਰੋਜੈਕਟ ਲੇਟ ਹੋਇਆ ਉਦੋਂ ਕੀ ਕਾਰਨ ਸੀ। ਹੈਵ ਯੂ ਐਵਰ ਵਿਟਨੈਸਡ ਅ ਪਰਸਨ ਡੂਇੰਗ ਸਮਥਿੰਗ, ਜੇ ਤੁਹਾਨੂੰ ਇਹ ਲੱਗਦਾ ਕਿ ਜੋ ਕੰਪਨੀ ਜਾਂ ਪਾਲਿਸੀ ਦੇ ਅਗੇਂਸਟ ਕੰਮ ਕਰ ਰਿਹਾ ਉਹਦੀ ਤੁਸੀਂ ਗਵਾਹ ਹੈਗੇ ਹੋ, ਜੇ ਹੈ ਤਾਂ ਤੁਸੀਂ ਉਦੋਂ ਕੀ ਕੀਤਾ ਤੇ ਕੀ ਕਰੋਗੇ। ਇੱਦਾਂ ਦੇ ਕੁਐਸਚਨ ਜਿਹੜੇ ਉੱਥੇ ਪੁੱਛੇ ਜਾ ਸਕਦੇ। ਇਸ ਤੋਂ ਇਲਾਵਾ ਟੈਕਨੀਕਲ ਸਕਿੱਲਸ ਆਰ ਵੈਰੀ ਇੰਪੋਰਟੈਂਟ, ਅਟੈਂਸ਼ਨ ਟੂ ਡਿਟੇਲ, ਤੁਹਾਡੀਆਂ ਟੈਕਨੀਕਲ ਸਕਿੱਲਸ ਜੋ ਤੁਸੀਂ ਪੜ੍ਹਿਆ ਉਹਦੇ ਬਾਰੇ, ਕੰਪਿਊਟਰ ਸਕਿੱਲਸ, ਐਨਾਲੀਟੀਕਲ ਸਕਿੱਲਸ, ਕਿਉਂਕਿ ਅੱਜ ਕੱਲ੍ਹ ਮਲਟੀਟਾਸਕਿੰਗ ਜੌਬਸ ਨੇ, ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਜਿਹੜਾ ਫੀਲਡ ਵਰਕ ਹੀ ਕਰ ਰਹੇ ਹੋ, ਤੁਹਾਨੂੰ ਐਨਾਲੀਟੀਕਲ ਵਰਕ ਵੀ ਕਰਨਾ ਪੈ ਸਕਦਾ, ਤੁਹਾਨੂੰ ਕੰਪਿਊਟਰ ਨੌਲੇਜ ਵੀ ਹੋਣੀ ਚਾਹੀਦੀ ਹੈ। ਟੈਕਨੀਕਲ ਸਕਿੱਲ ਸਪੈਸੀਫਿਕ ਟੂ ਯੂਅਰ ਡਿਗਰੀ, ਤੁਹਾਡੀ ਡਿਗਰੀ ਦੇ ਰਿਲੇਟਡ ਹੀ ਹੁੰਦੀਆਂ ਨੇ। ਸੌਫਟ ਸਕਿੱਲ ਯੂ ਆਰ ਜਸਟ ਐਜ਼ ਇੰਪੋਰਟੈਂਟ, ਉਹ ਵੀ ਉੱਥੇ ਨੇ। ਅਡੈਪਟੇਬਿਲਿਟੀ, ਤੁਹਾਡਾ ਕਿੰਨਾ ਕੁ ਤੁਹਾਡੇ ਵਿੱਚ ਹੈ ਕਿ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਲੈਂਦੇ ਹੋ, ਅਡੈਪਟ ਕਰਦੇ ਹੋ ਕਿਸੇ ਚੀਜ਼ ਨੂੰ। ਟੀਮ ਵਰਕ, ਕੰਮ ਕਰ ਸਕਦੇ ਹੋ। ਇਨੀਸ਼ੀਏਟਿਵ ਕਿੰਨਾ ਕੁ ਲੈ ਸਕਦੇ ਹੋ। ਇਨੋਵੇਟਿਵ ਮਾਈਂਡ ਕਿੰਨਾ ਕੁ ਤੁਹਾਡਾ, ਕੁਛ ਨਿਊ ਕਰਨਾ ਚਾਹੁੰਦੇ ਹੋ। ਇੰਟੀਗ੍ਰਿਟੀ, ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਆ ਰਿਲੇਟਡ ਕੁਐਸਚਨ ਵੀ ਹੋ ਸਕਦੇ ਆ, ਉੱਥੇ ਪ੍ਰਪੇਅਰ ਹੋ ਕੇ ਜਾਓ। ਇੰਟਰਵਿਊ ਫੋਲੋਅਪ, ਕਾਮਨ ਇੰਟਰਵਿਊ ਮਿਸਟੇਕਸ, ਕਮਿੰਗ ਅਨਪ੍ਰਿਪੇਅਰਡ, ਇਹ ਬਹੁਤ ਜ਼ਿਆਦਾ ਦਿੱਕਤਾਂ ਨੇ ਕਿ ਅਨਪ੍ਰਿਪੇਅਰਡ ਆਉਂਦੇ ਨੇ ਮੈਕਸਿਮਮ ਲੋਕ। ਨਾਟ ਸਮਾਈਲਿੰਗ ਔਰ ਸ਼ੋਇੰਗ ਐਂਥੂਜ਼ਮ, ਕਿਉਂ, ਕਿਉਂਕਿ ਨੌਲੇਜ ਨਹੀਂ ਹੁੰਦੀ, ਇੱਕ ਚਾਹ ਹੀ ਨਹੀਂ ਹੁੰਦਾ, ਬੈਠੇ ਹੁੰਦੇ ਆ ਮਿਲ ਜੂ ਜੀ ਨੌਕਰੀ। ਨਹੀਂ, ਕਿਤੋਂ ਵੀ ਸਟਾਰਟ ਕੀਤਾ ਜਾ ਸਕਦਾ ਹੈ, ਤੁਸੀਂ ਕਿਤੋਂ ਵੀ ਸਟਾਰਟ ਕਰ ਸਕਦੇ ਹੋ ਕੁਛ ਵੀ। ਨੈਗੇਟਿਵਿਟੀ, ਸਮਟਾਈਮਸ ਕੀ ਹਰ ਗੱਲ ਦੇ ਉੱਤੇ ਨੈਗੇਟਿਵਿਟੀ, ਨਹੀਂ ਜੀ ਹੋਣਾ ਹੀ ਨਹੀਂ, ਇੱਥੇ ਤਾਂ ਮਿਲਣੀ ਨਹੀਂ ਨੌਕਰੀ। ਇੱਕ ਚੀਜ਼ ਯਾਦ ਰੱਖਿਓ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਜਿਨ੍ਹਾਂ ਨੇ ਉੱਗਣਾ ਉਹਨਾਂ ਨੇ ਰਿਕਸ਼ਾ ਚਲਾਉਣ ਵਾਲੇ PCS ਅਫਸਰ ਬਣਦੇ ਦੇਖੇ। ਇੱਕ ਰਿਕਸ਼ੇ ਵਾਲੇ ਦੀ ਲੜਕੀ PCS ਅਫਸਰ ਬਣੀ ਆ, ਕਈ IAS ਅਫਸਰ ਬਣੇ ਨੇ, ਉੱਥੋਂ ਵੀ ਉੱਠ ਸਕਦੇ ਨੇ। ਅਬਦੁਲ ਕਲਾਮ ਜੀ ਸਾਡੇ ਜਿਹੜੇ ਰਾਸ਼ਟਰਪਤੀ ਰਹੇ ਨੇ, ਉਹਨਾਂ ਦੀ ਇੱਕ ਐਗਜ਼ਾਮਪਲ ਹੈ ਕਿ ਝੌਂਪੜੀ ਦੇ ਵਿੱਚ। ਮਨਮੋਹਨ ਸਿੰਘ ਜੀ, ਸਾਡੀਆਂ ਕਿੰਨੀਆਂ ਐਗਜ਼ਾਮਪਲਸ ਨੇ ਇੰਡੀਆ ਦੇ ਵਿੱਚ ਹੀ, ਕਿੰਨੇ ਪਾਰਟੀਸ਼ਨ ਤੋਂ ਬਾਅਦ ਫਿਰ ਜਾ ਕੇ ਕਿੰਨੀਆਂ ਪੋਸਟਾਂ 'ਤੇ ਪਹੁੰਚੇ ਨੇ। ਸੋ ਕਦੇ ਵੀ ਨੈਗੇਟਿਵਿਟੀ ਨਾ ਰੱਖੋ। ਦਾ ਥੈਂਕ ਯੂ ਨਾਟ ਐਂਡ ਦੇ ਵਿੱਚ ਜਿਹੜਾ ਹੈਗਾ ਧੰਨਵਾਦ ਹੀ ਨਹੀਂ ਕਰਦੇ, ਉਹ ਵੀ ਕਰਨਾ ਜ਼ਰੂਰੀ ਹੈ। ਟੌਪ 10 ਇੰਟਰਵਿਊਇੰਗ ਬਲੰਡਰਸ ਕਿਹੜੇ ਨੇ। ਡੋਂਟ ਪ੍ਰਪੇਅਰ, ਡਰੈਸ ਇੰਪਰੋਪਰੀਏਟਲੀ, ਵਧੀਆ ਡਰੈਸਿੰਗ ਸੈਂਸ ਨਹੀਂ ਹੁੰਦੀ, ਜੀਨ ਪਾਈ ਹੈ ਜੀ, ਬਟਨ ਖੁੱਲ੍ਹੇ ਨੇ, ਟੈਟੂ ਬਣਾਏ ਹੋਏ ਨੇ, ਜਿਹੜੀਆਂ ਸਪੈਕਸ ਉੱਤੇ ਲਾਈਆਂ ਹੋਈਆਂ ਨੇ, ਕੰਨਾਂ ਦੇ ਵਿੱਚ ਕਈਆਂ ਨੇ ਈਅਰਫੋਨਸ ਲਾਏ ਹੋਏ ਨੇ। ਪੂਰ ਕਮਿਊਨੀਕੇਸ਼ਨ ਸਕਿੱਲਸ ਨੇ, ਗੱਲਬਾਤ ਜ਼ਰੂਰੀ ਨਹੀਂ ਕਿ ਇੰਗਲਿਸ਼ 'ਚ, ਪੰਜਾਬੀ, ਹਿੰਦੀ, ਜਿਹੜੀ ਵੀ ਭਾਸ਼ਾ ਆਉਂਦੀ ਆ, ਕਮਿਊਨੀਕੇਟ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ। ਸੈੱਲਫੋਨ ਗੋਜ਼ ਆਫ, ਟਾਕ ਟੂ ਮਚ, ਡੋਂਟ ਟਾਕ ਐਨਫ, ਫਜ਼ੀ ਫੈਕਟਸ, give the wrong answers, bad mouthing past employers, forget to follow up। ਇਹ ਸਾਰੀਆਂ ਜਿਹੜੀਆਂ ਦਿੱਕਤਾਂ ਨੇ, ਬਲੰਡਰਸ ਨੇ, ਇਹਨਾਂ ਦੇ ਅਸੀਂ ਧਿਆਨ ਰੱਖ ਕੇ ਚੱਲੀਏ। ਇਹਨਾਂ ਚੀਜ਼ਾਂ ਨੂੰ ਨਹੀਂ ਕਰਨਾ ਜੇ ਤੁਸੀਂ ਅੱਛੀ ਨੌਕਰੀ ਹਾਸਲ ਕਰਨਾ ਚਾਹੁੰਦੇ ਹੋ। ਫੋਲੋ ਅਪ ਆਫਟਰ ਯੂਰ ਇੰਟਰਵਿਊ, fewer than 10% of applicants send a thank you letter। ਪਹਿਲੀ ਗੱਲ ਤੇ ਇੰਟਰਵਿਊ ਖਤਮ ਹੋਣ ਤੇ ਤੁਸੀਂ ਥੈਂਕਸ ਕਰਨਾ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕੰਪਨੀ ਨੂੰ ਥੈਂਕਸ ਲੈਟਰ ਜ਼ਰੂਰ ਪਾਈਏ। ਮੇ ਬੀ ਦਾ ਮੋਸਟ ਇੰਪੋਰਟੈਂਟ ਲੈਟਰ ਯੂ ਰਾਈਟ ਪ੍ਰੋਵਾਈਡਸ ਅਨਦਰ ਕੰਟੈਕਟ ਵਿਦ ਦ ਅੰਪਲਾਇਰ। ਕਈ ਵਾਰ ਇੰਟਰਵਿਊ ਦੇ ਵਿੱਚ ਇੰਨੇ ਲੋਕ ਆਏ ਨੇ ਭੁੱਲ ਜਾਂਦੇ ਨੇ, ਪਰ ਤੁਹਾਡੀ ਲੈਟਰ ਜਿਹੜੀ ਆ ਭੇਜੀ ਹੋਈ ਉਹਨੂੰ ਯਾਦ ਕਰਾ ਦੇਣਗੇ ਕਿ ਇਹ ਬੰਦਾ ਮੈਨੂੰ ਇੰਟਰਵਿਊ ਦੇ ਕੇ ਗਿਆ ਸੀ। ਜੇ ਤੁਸੀਂ ਉਸ ਵਾਰ ਸਿਲੈਕਟ ਨਹੀਂ ਹੁੰਦੇ, ਨੈਕਸਟ ਟਾਈਮ ਉਹ ਕਿਤੇ ਨਾ ਕਿਤੇ ਤੁਹਾਡਾ ਨਾਮ ਪ੍ਰਪੋਜ਼ ਕਰੂਗਾ ਜਾਂ ਤੁਹਾਨੂੰ ਸਿਲੈਕਟ ਕਰੂ। ਸ਼ੁੱਡ ਟੇਕ ਪਲੇਸ ਵਿਦਿਨ 24 ਆਵਰਸ ਆਫਟਰ ਦ ਇੰਟਰਵਿਊ। 24 ਘੰਟੇ ਦੇ ਅੰਦਰ ਥੈਂਕਸ ਲੈਟਰ ਪਾਉਣੀ। Follow up letter should state your appreciation, explain what you liked about the position, sound enthusiastic about working for the company। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ। ਸੋ ਕੰਪਨੀ ਦੇ ਬਾਰੇ ਬੈਟਰ ਵਿਊ ਦਿਓ ਕਿ ਤੁਹਾਨੂੰ ਕੀ ਚੰਗਾ ਲੱਗਿਆ ਇੰਟਰਵਿਊ 'ਚ, ਕੁਛ ਵੀ, ਚਾਹੇ 2 ਚੀਜ਼ਾਂ ਅੱਛੀਆਂ ਲੱਗੀਆਂ ਉਹਨਾਂ ਬਾਰੇ ਗੱਲ ਜ਼ਰੂਰ ਕਰੋ। ਹਾਂਜੀ, ਐਂਡ 'ਚ ਆਪਾਂ ਕਨਕਲੂਜਨ ਕਰੀਏ, ਫਾਈਨਲ ਟਿਪਸ 'ਤੇ ਆਈਏ। ਸਭ ਤੋਂ ਪਹਿਲਾਂ ਸਵਿਚ ਆਫ ਯੂਰ ਮੋਬਾਈਲ
ਇੰਟਰਵਿਊ ਦੇ ਵਿੱਚ ਜਦੋਂ ਅਸੀਂ ਜਾਣਾ ਮੇਕ ਸ਼ੋਰ ਇਟ ਇਜ਼ ਸਵਿਚਡ ਆਫ ਡਿਊਰਿੰਗ ਦਾ ਇੰਟਰਵਿਊ ਟੂ ਅਵੋਇਡ ਡਿਸਟਰੈਕਸ਼ਨਸ। ਨੋ ਵੈਟ ਫਿਸ਼ ਹੈਂਡਸ਼ੇਕਸ, ਜਦੋਂ ਹੱਥ ਮਿਲਾਉਣਾ ਬੜੀ ਚੰਗੀ ਤਰ੍ਹਾਂ ਬੜੇ ਵਧੀਆ ਗ੍ਰਿਪ ਦੇ ਨਾਲ, ਕਈ ਵਾਰ ਹੱਥ ਮਿਲਾਉਣ ਨਾਲ ਹੀ ਜਿਹੜਾ ਬਹੁਤ ਕ੍ਰੈਡਿਟ ਦਿੰਦੇ ਨੇ ਜਿਹੜਾ ਇੰਪਲਾਇਰਸ ਨੇ ਕਿ ਇਹਨੂੰ ਐਟੀਕੇਟਸ ਹੈਗੇ ਨੇ। ਆਸਕ ਕੁਐਸਚਨ ਐਟ ਦਾ ਐਂਡ ਆਫ ਦਾ ਇੰਟਰਵਿਊ, ਆਸਕ ਕੁਐਸਚਨਸ ਕਿ ਜਦੋਂ ਤੁਹਾਨੂੰ ਟਾਈਮ ਮਿਲਦਾ, ਜਦੋਂ ਹੀ ਤੁਹਾਨੂੰ ਮੌਕਾ ਮਿਲਿਆ ਇੰਪਲਾਇਰ ਨੇ ਤੁਹਾਨੂੰ ਕੁਛ ਵੀ ਪੁੱਛਿਆ ਕੰਪਨੀ ਬਾਰੇ ਜਾਂ ਤੁਹਾਡੇ ਬਾਰੇ, ਨਾਲ ਦੀ ਨਾਲ ਕੁਐਸਚਨ ਪੁੱਛੋ ਜਾਂ ਆਨਸਰ ਚੰਗੀ ਤਰ੍ਹਾਂ ਦੇ। ਉਹ ਲਿਸਟ ਆਪ ਜਿਹੜੀ ਆ ਕੰਪਨੀ ਦੇ ਬਾਰੇ ਕੁਐਸਚਨਸ ਦੀ ਪਹਿਲਾਂ ਬਣਾ ਕੇ ਚਲੋ, ਪਲੈਨਡ ਕੁਐਸਚਨ ਹੋਣੇ ਚਾਹੀਦੇ ਆ, ਅਨਪਲੈਨਡ ਕੁਐਸਚਨ ਨਹੀਂ ਪੁੱਛਣਾ। ਬੋਡੀ ਲੈਂਗੁਏਜ, ਡੋਂਟ ਸਮੋਕ, ਰਿਲੈਕਸ, ਸਮਾਈਲ, ਲੁੱਕ ਐਟ the people you have speak to them, avoid one word answers, ask questions if something seems unclear and keep your answer simple and honest। ਇਮਾਨਦਾਰੀ ਨਾਲ ਉੱਤਰ ਦੇਣੇ। job offer, finally if you accept the job you have given your words, it is a verbal contact, if you have any doubts ask for a time to think। ਜੇ ਤੁਹਾਨੂੰ ਕੋਈ ਵੀ ਡਾਊਟ ਆ ਤਾਂ ਟਾਈਮ ਲੈ ਲਓ, ਟਾਈਮ ਜਿਹੜਾ ਹੈਗਾ 24 ਘੰਟੇ ਜਾਂ ਬਸ ਇੰਨਾ ਕੁ ਬਹੁਤ ਹੁੰਦਾ। ਜੇ ਜ਼ਿਆਦਾ ਟਾਈਮ ਦਿਓਗੇ ਇਹ ਸੋਚੋ ਕਿ ਦੇਰ ਆਰ ਨੰਬਰ ਆਫ ਪਰਸਨਸ ਕਿੰਨੇ ਹੀ ਨੇ ਜਿਹੜੇ ਲਾਈਨ 'ਚ ਖੜੇ ਨੇ, ਤੁਹਾਡੀ ਜਗ੍ਹਾ ਕੋਈ ਵੀ ਲੈ ਸਕਦਾ। ਸੋ ਥੈਂਕਸ ਅ ਲੋਟ। ਮੈਨੂੰ ਲੱਗਦਾ ਕਿ ਜਿਹੜੇ ਮੇਰੇ ਦੋਸਤ ਨੇ, ਮਿੱਤਰ ਨੇ, ਸਟੂਡੈਂਟਸ ਨੇ, ਸਾਡੀ ਨਵੀਂ ਪੀੜ੍ਹੀ ਆ ਉਹ ਇਹ ਤੋਂ ਸਿੱਖਣ ਦਾ ਯਤਨ ਕਰਨਗੇ। ਥੈਂਕਸ ਅ ਲੋਟ, ਥੈਂਕ ਯੂ।